ਹੈਲੋ एवरीवन। ਹੁਣ ਅਸੀਂ ਨੰਬਰ ਥਿਊਰੀ ਦੀਆਂ ਕੁਝ ਇੰਪੋਰਟੈਂਟ ਜਿਹੜੀਆਂ ਥਿਓਰਮਸ ਨੇ ਉਹ ਡਿਸਕਸ ਕਰ ਰਹੇ ਹਾਂ ਬੱਚੇ। ਕੱਲ ਅਸੀਂ ਨੇ ਕੀਤੇ ਸੀਗਾ ਫੰਡਾਮੈਂਟਲ ਥਿਓਰਮ ਆਫ ਅਰਥਮੈਟਿਕ। ਨੈਕਸਟ ਸਾਡੀ ਬਾय ਨੇਮਿੰਗ ਥਿਓਰਮ ਆ ਵਿਲਸਨਸ ਥਿਓਰਮ। ਬੱਚੇ ਬਾय ਨੇਮਿੰਗ ਨੇ ਤਾਂ ਓਬਵੀਅਸਲੀ ਇੰਪੋਰਟੈਂਟ ਬਣਦੀਆਂ ਨੇ। ਸਾਡੇ ਕੋਲ ਕੀ ਵਿਲਸਨ ਦੀ ਹਿਸਟਰੀ ਕੀ ਸੀ, ਕਹਿੰਦੇ 1770 ਦੇ ਵਿੱਚ ਬਿਲੀਅਨਸ ਨਾਂ ਦਾ ਇੱਕ ਸਟੂਡੈਂਟ ਸੀਗਾ ਜਿਨ੍ਹਾਂ ਨੇ ਇਹ ਕਿਹਾ ਸੀਗਾ, ਕਹਿੰਦੇ ਜਿਨ੍ਹਾਂ ਨੇ ਇੱਕ ਇਨਵੈਂਸ਼ਨ ਕੀਤੀ ਸੀ। ਮੰਨ ਲਓ ਕਹਿੰਦੇ ਜੇਕਰ ਕੋਈ ਪੀ ਸਾਡੇ ਕੋਲ ਪ੍ਰਾਈਮ ਨੰਬਰ ਆ ਦੈਨ p-1 ਫੈਕਟੋਰੀਅਲ ਪਲੱਸ 1 ਕਰੇ ਤੇ ਸਾਨੂੰ ਆਂਸਰ ਮਿਲੇਗਾ 0 ਮੋਡ ਪੀ। ਬੱਚੇ 0 ਮੋਡ ਪੀ ਦਾ ਮਤਲਬ ਕੀ ਹੋਏਗਾ, ਕਹਿੰਦੇ ਕੋਈ ਵੀ ਪ੍ਰਾਈਮ ਲੈ ਲਿਆ। ਮੰਨ ਲਓ ਬੱਚੇ ਅਸੀਂ ਨੇ 7 ਲੈ ਲਿਆ। 7 ਇੱਕ ਪ੍ਰਾਈਮ ਨੰਬਰ ਆ। ਹਾਂਜੀ, ਕਹਿੰਦੇ ਇਸ ਪ੍ਰਾਈਮ ਨੰਬਰ ਦੇ ਉੱਤੇ ਅਸੀਂ ਗੱਲ ਕਰ ਰਹੇ ਹਾਂ। ਕਹਿੰਦੇ ਜੇਕਰ 7 - 1 ਕਰਾਂਗੇ ਤਾਂ ਕੀ ਆਏਗਾ 6 ਫੈਕਟੋਰੀਅਲ। 6 ਫੈਕਟੋਰੀਅਲ ਪਲੱਸ 1 ਕਰਨ ਤੋਂ ਬਾਅਦ ਜੋ ਸਾਨੂੰ ਆਂਸਰ ਮਿਲੇਗਾ, ਜਦੋਂ ਅਸੀਂ ਉਹਨੂੰ 7 'ਤੇ ਡਿਵਾਈਡ ਕਰਾਂਗੇ ਤਾਂ ਸਾਨੂੰ ਰਿਮਾਈਂਡਰ ਕੀ ਬਚੇਗਾ ਸਾਡੇ ਕੋਲ 0। ਦੇਖੋ 6 ਦਾ ਫੈਕਟੋਰੀਅਲ 720 ਪਲੱਸ 1 ਕਰਾਂਗੇ ਸਾਡੇ ਕੋਲ ਕੀ ਹੈਗਾ 721। ਜਦੋਂ ਇਹਨੂੰ 7 'ਤੇ ਡਿਵਾਈਡ ਕਰੋਗੇ ਬੱਚੇ ਪ੍ਰੋਪਰ ਡਿਵਾਈਡ ਹੋਏਗਾ ਤਾਂ ਆਂਸਰ ਰਿਮਾਈਂਡਰ ਕੀ ਬਚੇਗਾ ਸਾਡੇ ਕੋਲ 0। ਇਹ ਉਹਨਾਂ ਨੇ ਸਾਨੂੰ ਰਿਜ਼ਲਟ ਦਿੱਤਾ ਸੀਗਾ, ਬਟ ਉਹਨਾਂ ਨੇ ਇਹਨੂੰ ਪ੍ਰੂਫ ਇੰਨੇ ਉਹਦੇ ਨਾਲ ਨਹੀਂ ਸੀ ਕੀਤਾ। ਫਿਰ ਨੈਕਸਟ ਜਿਹੜਾ 1777 ਦੇ ਵਿੱਚ ਲੈਂਗਰੇਜ਼ ਨੇ ਇਹਦੇ ਵਿੱਚ ਥੋੜ੍ਹਾ ਮੋਡੀਫਾਈ ਕੀਤਾ, ਇਹਦਾ ਪ੍ਰੂਫ ਸਾਨੂੰ ਦਿੱਤਾ। ਫਿਰ ਇਹਦਾ ਪਰ ਇਹਦਾ ਨੇਮ ਆ ਜਿਹੜਾ ਉਹਨਾਂ ਦੀ ਥਿਓਰੀ ਦਿੱਤੀ ਹੋਣ ਕਰਕੇ ਉਹਨਾਂ ਦੇ ਹੀ ਨੇਮ 'ਤੇ ਪਿਆ ਵਿਲਸਨਸ ਥਿਓਰਮ। ਦੇਖੋ ਹੁਣ ਇਹਦੀ ਸਟੇਟਮੈਂਟ ਕੀ ਆ, ਅਸੀਂ ਸਟੇਟਮੈਂਟ ਦੇਖਦੇ ਹਾਂ। ਇਫ ਪੀ ਇਜ਼ ਅ ਪ੍ਰਾਈਮ ਨੰਬਰ ਦੈਨ p-1 ਫੈਕਟੋਰੀਅਲ ਇਜ਼ ਇਕੁਅਲ ਟੂ -1 ਮੋਡ ਆਫ p। ਦੇਖੋ -1 p-1 ਬੱਚੇ ਐਵੇਂ ਵੀ ਲਿਖਿਆ ਹੋ ਸਕਦਾ p-1 ਫੈਕਟੋਰੀਅਲ ਇਜ਼ ਇਕੁਅਲ ਟੂ -1 ਮੋਡ ਆਫ p। ਇਹਦਾ ਮਤਲਬ ਵੀ ਸੇਮ ਉਹੀ ਹੈ। ਕਹਿੰਦੇ ਬੱਚੇ ਕੋਈ ਵੀ ਪ੍ਰਾਈਮ ਨੰਬਰ ਲਿਆ, ਉਹਦਾ ਅਸੀਂ ਨੇ ਉਹਦੇ ਵਿੱਚੋਂ -1 ਕਰਕੇ ਉਹਦਾ ਫੈਕਟੋਰੀਅਲ ਕੀਤਾ, ਜਦੋਂ ਉਹਨੂੰ p 'ਤੇ ਡਿਵਾਈਡ ਕੀਤਾ। ਹੁਣ ਆਂਸਰ ਬੱਚੇ ਕੀ ਕਹਿ ਰਹੇ -1। ਕੀ ਇਹ ਹੋ ਸਕਦਾ ਕਿ ਰਿਮਾਈਂਡਰ ਸਾਡੇ ਕੋਲ -1 ਬਚੇ? ਤਾਂ ਇਸ ਨੂੰ ਅਸੀਂ ਐਵੇਂ ਵੀ ਪੜ੍ਹ ਸਕਦੇ ਹਾਂ। ਜਿਵੇਂ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ ਬੱਚੇ, ਅਸੀਂ ਨੇ ਲਿਆ 3 ਇੱਕ ਪ੍ਰਾਈਮ ਨੰਬਰ ਆ। 3 ਪ੍ਰਾਈਮ ਨੰਬਰ ਲਿਆ, ਉਹਦੇ ਲਈ ਇਹਨੂੰ ਗੱਲ ਨੂੰ ਸਮਝਦੇ ਕਿ ਕਹਿਣਾ ਕੀ ਚਾਹੁੰਦਾ। ਕਹਿੰਦਾ 3 - 1 ਮਤਲਬ ਕਿ 2 ਫੈਕਟੋਰੀਅਲ। 2 ਫੈਕਟੋਰੀਅਲ ਆਂਸਰ ਕਿੰਨਾ ਆਏਗਾ 2 ਹੀ ਆਏਗਾ। ਹੁਣ ਜਦੋਂ ਕਹਿੰਦੇ ਇਹਨੂੰ ਤੁਸੀਂ 3 'ਤੇ ਡਿਵਾਈਡ ਕਰੋਗੇ, ਕਹਿੰਦਾ 3 'ਤੇ ਡਿਵਾਈਡ ਕਰਨ ਤੋਂ ਬਾਅਦ ਬੱਚੇ ਰਿਮਾਈਂਡਰ -1 ਬਚੇਗਾ। ਇਹ ਕਿਵੇਂ ਪੋਸੀਬਲ? ਕਹਿੰਦੇ ਇਹਦਾ ਮਤਲਬ ਕੀ ਹੁੰਦਾ, ਜਦੋਂ ਤੁਸੀਂ 2 ਦੇ ਵਿੱਚ ਆਹ -1 ਐਡ ਕਰੋਗੇ, ਕਿਉਂਕਿ ਮਾਈਨਸ ਉੱਧਰ ਆ ਨਾ, ਇੱਧਰ ਆ ਕੇ ਪਲੱਸ ਹੋ ਜਾਏਗਾ, ਤਾਂ ਐਡ ਕਰੋਗੇ ਤਾਂ ਆਂਸਰ ਕੀ ਆਏਗਾ 3। ਜਦੋਂ ਹੁਣ ਇਹਨੂੰ ਡਿਵਾਈਡ ਕਰੋਗੇ ਸਾਡੇ ਕੋਲ ਇਸ ਪ੍ਰਾਈਮ ਦੇ ਨਾਲ 3 ਦੇ ਨਾਲ, ਤਾਂ ਆਂਸਰ ਕੀ ਬਚਣਾ ਚਾਹੀਦਾ 0। ਸੋ ਇਹਨੂੰ ਐਵੇਂ ਵੀ ਲਿਖ ਸਕਦੇ ਹਾਂ ਬੱਚੇ p-1 ਫੈਕਟੋਰੀਅਲ p-1 ਫੈਕਟੋਰੀਅਲ ਪਲੱਸ 1 ਕਰੇ ਤੇ ਆਂਸਰ ਕੀ ਆਉਣਾ ਚਾਹੀਦਾ 0 ਮੋਡ p, ਜੋ ਸਾਨੂੰ ਉਹਨਾਂ ਨੇ ਐਗਜ਼ੈਕਟ ਸਟੇਟਮੈਂਟ ਆ ਜਿਹੜੀ ਉਹ ਦਿੱਤੀ ਸੀ। ਅਦਰਵਾਈਜ਼ ਐਵੇਂ ਵੀ ਲਿਖ ਸਕਦੇ -1 ਮੋਡ ਆਫ p। ਇਹ ਚੀਜ਼ ਅਸੀਂ ਨੇ ਪ੍ਰੂਫ ਕਰਨੀ ਆ। 9 ਵਜੇ ਹੁਣ ਇਹਦਾ ਪ੍ਰੂਫ ਦੇਖਦੇ ਹਾਂ। ਕਹਿੰਦੇ ਹੁਣ ਸਾਨੂੰ ਦਿੱਤਾ ਕੀ ਹੋਇਆ p ਇੱਕ ਪ੍ਰਾਈਮ ਨੰਬਰ ਆ। ਪ੍ਰਾਈਮ ਨੰਬਰ ਕਿਹੜੇ ਕਿਹੜੇ ਹੁੰਦੇ ਆ? ਉਹ ਜੋ ਸਿਰਫ ਆਪਣੇ ਆਪ 'ਤੇ ਡਿਵਾਈਡ ਹੋਣ ਜਾਂ ਫਿਰ 1 ਦੇ ਉੱਤੇ ਡਿਵਾਈਡ ਹੋਣ। ਤਾਂ ਕਿਹੜੇ ਕਿਹੜੇ ਹੋ ਜਾਣਗੇ ਬੱਚੇ 2 3 5 7 11 13 ਅਪ ਟੂ ਸੋ ਔਨ। ਜਿਹੜੇ ਸਿਰਫ ਇਟਸੈਲਫ ਡਿਵਾਈਡ ਕਰਦੇ ਨੇ ਜਾਂ ਫਿਰ ਉਹਦਾ ਇੱਕ ਫੈਕਟਰ ਹੋਰ ਕੀ ਹੋ ਸਕਦਾ 1 ਹੋ ਸਕਦਾ। ਹੁਣ ਦੇਖੋ ਆਪਾਂ ਜਿਹੜੇ ਕੇਸ ਆ ਬੱਚੇ ਉਹ ਪ੍ਰੂਵ ਕਰਨੇ ਸਾਰੇ ਪ੍ਰਾਈਮਸ ਦੇ ਲਈ, ਕਿਉਂਕਿ ਪ੍ਰਾਈਮ ਨੰਬਰਸ ਦੇ ਲਈ ਉਹਨੇ ਕਿਹਾ। ਤਾਂ ਸਭ ਤੋਂ ਪਹਿਲਾਂ ਅਸੀਂ ਜਨਰਲ ਕੇਸ ਚੱਕਦੇ ਹਾਂ 2। ਕਹਿੰਦੇ ਕੀ ਰਿਜ਼ਲਟ 2 ਲਈ ਟਰੂ ਹੋਏਗਾ ਜਾਂ ਨਹੀਂ। ਦੇਖੋ p ਦੀ ਥਾਂ 'ਤੇ 2 ਭਰਿਆ, ਤਾਂ ਸਾਡੇ ਕੋਲ ਜਿਹੜੀ ਇਹਦੀ ਲੈਫਟ ਹੈਂਡ ਸਾਈਡ ਆ ਉਹ ਕੀ ਬਣ ਜਾਏਗੀ 2 - 1 ਫੈਕਟੋਰੀਅਲ। 2 - 1 ਫੈਕਟੋਰੀਅਲ ਕਿੰਨਾ ਆ ਜਾਏਗਾ 1 ਫੈਕਟੋਰੀਅਲ। 1 ਦਾ ਫੈਕਟੋਰੀਅਲ 1। ਸੋ ਇਹ ਆ ਗਿਆ ਸਾਡੇ ਕੋਲ ਆਂਸਰ 1। ਹੁਣ 1 ਨੂੰ ਤੁਸੀਂ ਕਹਿ ਰਿਹਾ ਕਹਿੰਦਾ 2 'ਤੇ ਡਿਵਾਈਡ ਕਰਨ ਤੋਂ ਬਾਅਦ ਆਂਸਰ ਰਿਮਾਈਂਡਰ 'ਚ ਕੀ ਬਚੇਗਾ -1। ਜਾਂ ਫਿਰ ਇਹਨੂੰ ਇਹ ਕਹਿ ਲਓ ਬੱਚੇ ਕਿ ਜਦੋਂ ਇਸ 1 ਜੋ ਆਂਸਰ ਆਇਆ ਇਹਦੇ ਵਿੱਚ ਤੁਸੀਂ 1 ਜਿਹੜਾ ਇੱਧਰ ਇਹਨਾਂ ਨੇ ਲਿਖਿਆ ਹੋਇਆ ਇਹ 1 ਐਡ ਕਰੋਗੇ ਅਤੇ ਉਸ ਤੋਂ ਬਾਅਦ ਇਹਨੂੰ 2 'ਤੇ ਡਿਵਾਈਡ ਕਰੋਗੇ ਤਾਂ ਆਂਸਰ ਕੀ ਬਚਣਾ ਚਾਹੀਦਾ 0। ਦੇਖੋ 1 + 1 2, 2 ਨੂੰ 2 ਨਾਲ ਡਿਵਾਈਡ ਕੀਤਾ, ਆਂਸਰ ਰਿਮਾਈਂਡਰ ਕੀ ਬਚੇਗਾ 0। ਤਾਂ ਇਸਦਾ ਮਤਲਬ ਅਸੀਂ ਲਿਖ ਸਕਦੇ ਹਾਂ ਕਿ 2 - 1 ਫੈਕਟੋਰੀਅਲ ਕਿਹਦੇ ਇਕੁਅਲ ਆ -1 ਮੋਡ ਆਫ p ਦੇ ਇਕੁਅਲ। p ਮਤਲਬ 2 ਦੇ ਇਕੁਅਲ ਆ। ਸੋ ਜਦੋਂ 2 ਹੋਏਗਾ ਪ੍ਰਾਈਮ ਉਦੋਂ ਰਿਜ਼ਲਟ ਟਰੂ ਆ। ਸਿਮਿਲਰ ਅਸੀਂ 3 ਦੇ ਲਈ ਡਿਸਕਸ ਕਰ ਚੁੱਕੇ ਹਾਂ ਬੱਚੇ ਪਹਿਲਾਂ ਹੀ, ਜਦੋਂ ਇਹਦੀ ਸਮਝਣਾ ਸੀਗਾ ਇਹਦੀ ਸਟੇਟਮੈਂਟ ਨੂੰ ਕਿ ਜਦੋਂ ਇੱਥੇ 3 - 1 ਹੋਏਗਾ ਤਾਂ ਇਸਦਾ ਮਤਲਬ ਉਰੇ 2 ਆ ਜਾਏਗਾ। 2 + 1 ਕਰੋਗੇ 3, 3 ਨੂੰ 3 'ਤੇ ਡਿਵਾਈਡ ਕਰੋਗੇ ਰਿਮਾਈਂਡਰ ਕੀ ਬਚੇਗਾ 0। ਇਸਦਾ ਮਤਲਬ ਰਿਜ਼ਲਟ 2 ਦੇ ਲਈ ਵੀ ਟਰੂ ਆ, 3 ਦੇ ਲਈ ਵੀ ਟਰੂ ਆ। ਬਟ ਜੇ ਫਿਰ ਹੁਣ ਅਸੀਂ ਐਂ ਕਰਨ ਲੱਗ ਗਏ ਬੱਚੇ ਹਰੇਕ ਪ੍ਰਾਈਮ ਦੇ ਲਈ ਇਸੇ ਤਰ੍ਹਾਂ ਪ੍ਰੂਫ ਕਰਨ ਲੱਗ ਗਏ, ਫਿਰ ਤਾਂ ਜਿਹੜੇ ਪ੍ਰਾਈਮ ਨੰਬਰ ਨੂੰ ਇਨਫਾਨਾਈਟਨੈਸ ਕੀ ਅਸੀਂ ਤਾਂ ਫਿਰ ਇੱਥੇ ਪ੍ਰੂਫ 'ਤੇ ਹੀ ਬੈਠੇ ਰਹਾਂਗੇ। ਸੋ ਅੱਗੇ ਕੀ ਕਰਾਂਗੇ ਇੱਕ ਜਨਰਲ ਕੇਸ ਦੇ ਲਈ ਜਾਂ ਫਿਰ ਇਹੋ ਜਿਹੀ ਕੰਡੀਸ਼ਨ ਦੇ ਲਈ ਕਰਾ ਦਾਂਗੇ ਜੋ ਸਾਰੇ ਪ੍ਰਾਈਮ ਦੇ ਲਈ ਕੀ ਹੋਲਡ ਕਰ ਜਾਏਗੀ। ਨਾਓ
ਹੁਣ ਵੀ ਟੇਕ टू प्रूव इट फॉर द P इज़ ग्रेटर दैन 3 कहते हुण असीं इहनूं प्रूव करन जा रहे हैं सारे प्राइम्स दे लई जो 3 तो की होणगे ग्रेटर होणगे। इस तो पहलां बच्चों असीं यही 2 केस लिखने ने जो असीं ने प्रूफ कराए हुए ने कि 2 दे लई भी रिजल्ट ट्रू होएगा तो 3 दे लई भी रिजल्ट ट्रू होएगा। नैक्सट कहते बच्चों जेकर ये P प्राइम साडे कोल 3 तो कोई ग्रेटर असीं ने लिया कहते लैट कर लो कोई any number such that AP is equal to 0 GCD of AP is equal to 1 मैं 0 कह गई सी GCD ऑफ AP इज़ इक्वल टू 1 कहता बच्चे जेकर P साडे कोल कोई प्राइम नंबर जो असी 3 तो ग्रेटर लिया तो वो एक नंबर यहो जिहा चूज करो जिहदे नाल उहदा GCD लिया तो 1 आ जाए। GCD का मतलब की हुंदा बच्चे ग्रेटेस्ट कॉमन डिवाइस जिवें हुण तुसीं प्राइम ए तो लिया 5 ले लिया 3 तो बड़ा साडे कोल प्राइम की हो गया असीं ने ले लिया 5 दे नाल असी वो वाला ए टेक करना जिहदा GCD की होवे 1 होवे। बच्चे GCD मतलब कॉमन डिवाइज़र हुण इहदे नाल जे तुसीं इहदा जे आपां 2 लवांगे 2 ते 3 दा जिहड़ा ग्रेटेस्ट कॉमन डिवाइज़र आ ये की आ 1 5 दे नाल 4 लाओगे आंसर की आएगा 1 5 दे नाल 3 लाओगे आंसर की आएगा 1। पर सोच के देखो बच्चे जेकर असी 5 दे नाल 10 लै लीए तो इहदा GCD कितना आ जाएगा 2 ग्रेटेस्ट कॉमन डिवाइज़र कितना आ जाएगा 2। इसका मतलब जेड़ा असी ए चूज करना तो वो की रहेगा बच्चे उहदा इस तरह बनावांगे कि जिहड़ी वैल्यू आ वो P तो छोटी ही रहेगी क्योंकि जे बाय चांस असी P तो बड़ी वैल्यू लै लेंगे तो सानू कोई ना कोई इहो जिहा केस मिल सकदा जिहदे विच उन्हां दा GCD 1 ना आवे। तां असी क्या कहना जिहड़ा असी ए चूज करना उहदी वैल्यू की हो सकती है जे तो 1 हो सकती है 2 हो सकती है 3 हो सकती है बट जिहड़ा प्राइम असी लिया उस प्राइम तो एक छोटी ही रहनी चाहिए है क्योंकि जे प्राइम तो असी बड़ी वैल्यू लै ली तो मे बी किते जाके उन्हां दा GCD है जिहड़ा वो 1 नहीं रहेगा। पर जदों उह तों छोटियां वैल्यूज़ ने उन्होंने सारे लिए GCD 1 होएगा क्योंकि बच्चे प्राइम नंबर लै रहे हैं तो प्राइम नंबर में सिर्फ 2 ही टर्म डिवाइड कर दिया उन्हें एक तो इट सैल्फ एंड एक को 1 डिवाइड करेगा। जेकर उसी वो तो छोटियां टर्म्स लवांगे तो सारिया टर्म्स के नाल उहदा GCD फिर की बनता होएगा 1। सो असी नैक्सट लाइन लिखांगे बच्चे कहते लैट ए बी एनी नंबर सच दैट AP दी GCD इज इक्वल टू 1 लिया वेयर ए किनू बिलोंग करता 1 2 3 अप टू सो ऑन P-1। इहदा रीजन बच्चे कन्फर्म हो गया होएगा कि असी P-1 तक ही क्यों लैके चलना। उस तो बाद कहते बच्चे जेकर किसी 2 टर्म का GCD 1 आ तो असी कंसीडर किया लीनियर कॉन्ग्रेंस AX इज इक्वल टू लीनियर कॉन्ग्रेंस 1 mod B इनू असी कंसीडर करके चले हैं। देखो बच्चे हुण इहदा अगेन साडे कोल एग्जाम्पल के थ्रू समझानी है कि लीनियर कॉन्ग्रेंस का अगे साडे कोल एक सोल्यूशन एग्जिस्ट करता होएगा किवें लैना। बच्चे असी ने एक प्राइम नंबर टेक कर लिया प्राइम नंबर लै लिया मान लो असी ने 5 जेकर प्राइम नंबर 5 आ तो हुण इहदे अकॉर्डिंग असी ए की चूज करांगे ए साडे कोल की हो सकता 1 तो लैके P-1 मतलब 1 हो सकता 2 हो सकता 3 हो सकता 4 हो सकता। ठीक हुण असी कॉन्ग्रेंस लीनियर कॉन्ग्रेंस की बनाया कहना ए दे नाल x कोई इहो जिहा नंबर होएगा उहदी प्रोडक्ट करन तो बाद जदों असी 5 ते डिवाइड किया तो रिमाइंडर कितना बचना चाहिए 1। देखो इहदे विचों वैल्यूज़ चकणियां ने पहली वैल्यू असी ने मान लो A1 पिक की 1 दे नाल किहदी प्रोडक्ट करिए तो उस तो बाद मॉड ऑफ 5 करिए आंसर की आएगा 1। देखो 1 नूं 1 नाल मल्टीप्लाई किया 1 उन्होंने अगेन 5 ते साडा डिवाइड ही नहीं होएगा रिमाइंडर की बच जाएगा 1 ही। हुण 2 दे नाल बच्चे किहदी प्रोडक्ट करिए कि आंसर साडे कोल मॉड 5 करन तो बाद 1 आ जाए। देखो 2 इहदे विचों ही नंबर लैणे ने असीं 2 नूं 1 नाल कीती साडे कोल 2 आ जाएगा नहीं 2 नूं 3 नाल कीती 2 3 दा 6 नूं 5 ते डिवाइड किया आंसर की आ जाएगा 1 आ जाएगा। सो 1 हो गया। उस तो बाद बच्चे अगेन 3 लिया कहंदा 3 लई ऑब्वियस फिर 2 ही एग्जिस्ट करता होएगा 6 हो गया उन्हां नूं मॉड 5 ते कीता। उस तो बाद 4 दे लई देखो 4 नूं किहड़ा कीता कि 4 नूं 1 नाल नहीं 4 नूं 2 नाल 8 नहीं 4 नूं 3 नाल 12 नहीं 4 नूं 4 नाल 16 नूं 5 ते डिवाइड किया आंसर कितना आ गया 1। सो 4 दे लई की 4 इसका मतलब बच्चे जी एक्स था यदा सोल्यूशन आ तो देखो ध्यान नाल 1 दे लई सिर्फ 1 आ 2 दे लई 3 आ 3 दे लई 2 आ मतलब कि जे इन्होंने प्लेस कर दोगे तो सेम यूनीक रहिंदा ये नहीं हैगा कि 3 दे लई कोई 5 आ गया नहीं दोनों आपस दे विच एक दूसरे दे लई सोल्यूशन का काम कर रहे हैं 4 दे लई 4 आ एक ही सोल्यूशन साडे कोल एग्जिस्ट कर रहा था। इसका मतलब साडे कोल असीं की कहांगे अगे बच्चे कहंदा जिहड़े लीनियर कॉन्ग्रेंस बनाया उहदा की होएगा एक यूनीक सोल्यूशन होएगा से बी असीं उहनूं की नेम देता बी दा नेम देता। हुण बी आ बच्चे तो असीं इहनूं लिख सकते हैं एक्स दी प्लेस ते ए बी इज इक्वल टू कॉन्ग्रेंस ऑफ 1 मॉड ऑफ पी। अगेन
अगेन ਜਿਹੜੀ ਆ b ਆ ਬੱਚੇ ਉਹਦੀ ਵੈਲਿਊ ਦੇਖੋ ਉੱਪਰ ਅਸੀਂ ਐਗਜ਼ਾਮਪਲ ਕੀਤੀ ਕੀ ਲਿਆ ਸੀਗਾ x ਦੀ ਵੈਲਿਊ ਜਾਂ ਤਾਂ 1 ਸੀ ਜਾਂ 2 ਸੀ ਜਾਂ 3 ਸੀ ਜਾਂ 4 ਸੀ। ਇਸ ਦਾ ਮਤਲਬ ਇਸ b ਦੀ ਵੈਲਿਊ ਕੀ ਹੋਣੀ ਚਾਹੀਦੀ ਆ 1 ਤੋਂ ਲੈ ਕੇ p-1 ਦੇ ਵਿੱਚ ਹੋਣੀ ਚਾਹੀਦੀ ਆ। ਹੁਣ ਅਗੇਨ ਬੱਚੋ ਇਹੀ ਐਗਜ਼ਾਮਪਲ ਤੇ ਦੁਬਾਰਾ ਚੱਲੋ, ਦੇਖੋ ਜਿਹੜੀ ਐਗਜ਼ਾਮਪਲ ਹੁਣ ਅਸੀਂ ਲਈ ਸੀ ਉਹਦੇ ਵਿੱਚ ਅਸੀਂ ਕੀ ਕਿਹਾ 1 ਦੇ ਲਈ 1 ਨਾਲ ਪ੍ਰੋਡਕਟ ਕਰਾਈ ਆਂਸਰ ਕੀ ਆ ਗਿਆ 1 mod 5। ਉਸ ਤੋਂ ਬਾਅਦ 2 ਨਾਲ 3 ਦੀ ਪ੍ਰੋਡਕਟ ਕਰਾਈ ਆਂਸਰ ਕਿੰਨਾ ਆ ਗਿਆ 1 mod 5। ਉਸ ਤੋਂ ਬਾਅਦ 3 ਦੀ 2 ਨਾਲ 4 ਦੀ 4 ਨਾਲ ਕਰਾਈ ਤਾਂ mod of 5। ਹੁਣ ਇੱਥੇ ਦੇਖੋ ਜਿਹੜਾ b ਆ ਬੱਚੇ ਉਹਦੇ ਕੀ ਕੇਸ ਬਣਦੇ ਆ, ਦੇਖੋ ਜਾਂ ਇੱਥੇ a ਜਿੰਨਾ ਸੀ ਉਨਾ ਹੀ b ਸੀ। ਇਸ ਦਾ ਮਤਲਬ ਇੱਕ ਕੇਸ ਤਾਂ ਇਹ ਹੋ ਸਕਦਾ ਕਿ a b ਦੇ ਹੀ ਇਕੁਅਲ ਹੋਵੇ, ਜਿਵੇਂ 4 ਤੇ 4 ਦੋਨੋਂ ਇਕੁਅਲ ਨੇ। ਸੈਕਿੰਡ ਕੇਸ ਕੀ ਆ ਕਿ ਦੋਨੋਂ ਡਿਫਰੈਂਟ ਹੋਣ, a ਹੋਰ ਕੁਛ ਆ ਤੇ b ਕੁਛ ਹੋਰ ਆ। ਇਸ ਦਾ ਮਤਲਬ ਉਰੇ ਦੋ ਹੀ ਕੇਸ ਅਰਾਈਜ਼ ਹੋ ਸਕਦੇ ਆ ਕਿ ਜਾਂ ਤਾਂ a ਦੀ ਵੈਲਿਊ a ਦੇ ਹੀ ਇਕੁਅਲ ਹੋਊਗੀ ਜਾਂ ਫਿਰ a ਦੀ ਵੈਲਿਊ b ਦੇ ਇਕੁਅਲ ਹੋਏਗੀ ਜਾਂ ਫਿਰ a ਦੀ ਵੈਲਿਊ b ਦੇ ਇਕੁਅਲ ਨਹੀਂ ਹੋਏਗੀ। ਅਸੀਂ ਹੁਣ ਇਹ ਦੋਨੋਂ ਕੇਸਿਸ ਨੂੰ ਵਿੱਚ ਡਿਸਕਸ ਕਰਨਾ। ਕਹਿੰਦੇ ਮੰਨ ਲਓ ਫਸਟ ਕੇਸ ਲਿਆ, ਕਹਿੰਦਾ ਜੇਕਰ a ਦੀ ਵੈਲਿਊ b ਦੇ ਹੀ ਇਕੁਅਲ ਆ, ਜੇਕਰ a ਦੀ ਵੈਲਿਊ b ਦੇ ਇਕੁਅਲ ਆ, ਫਿਰ ਇਹੀ ਟਰਮ ਨੂੰ ਉਰੇ ਦੁਬਾਰਾ ਜੋ ਬੱਚੇ ਕਹਿੰਦੇ ਕੀ ਬਣ ਜਾਏਗਾ a b ਦੀ ਪਲੇਸ ਤੇ a ਹੀ ਪੁੱਟ ਕਰ ਦਿਓ, a ਨੂੰ ਮਲਟੀਪਲਾਈ a ਇਕੁਅਲ ਟੂ ਕਿਹਦੇ ਹੋਏਗਾ 1 mod of p ਦੇ ਇਕੁਅਲ ਹੋਏਗਾ। ਇਸ ਦਾ ਮਤਲਬ ਇੱਥੇ ਕੀ ਆ a ਡੋਟ a ਦਾ ਮਤਲਬ ਕੀ ਹੋ ਗਿਆ a ਸਕੇਅਰ ਇਜ਼ ਇਕੁਅਲ ਟੂ 1 mod p। ਬੱਚੇ ਇਹਦਾ ਮਤਲਬ ਕੀ ਹੁੰਦਾ, ਕਹਿੰਦਾ ਜਦੋਂ a ਸਕੇਅਰ ਨੂੰ ਅਸੀਂ p ਤੇ ਡਿਵਾਈਡ ਕੀਤਾ ਆਂਸਰ ਕੀ ਰਿਮਾਈਂਡਰ ਕਿੰਨਾ ਬਚਦਾ ਹੋਏਗਾ 1। ਇਸ ਦਾ ਮਤਲਬ ਜੇਕਰ a ਸਕੇਅਰ -1 ਕਰ ਦਈਏ, ਆਹ 1 ਇੱਧਰੋਂ ਮਾਈਨਸ ਕਰ ਦਈਏ ਤਾਂ ਜੋ ਵੀ ਟਰਮ ਹੋਏਗੀ ਉਹ ਪ੍ਰੋਪਰਲੀ ਡਿਵਾਈਡ ਹੋਏਗੀ ਕਿਹਦੇ ਨਾਲ p ਦੇ ਨਾਲ। ਇਸ ਦਾ ਮਤਲਬ ਬੱਚੇ p ਕਿਹਨੂੰ ਡਿਵਾਈਡ ਕਰ ਰਿਹਾ a ਸਕੇਅਰ -1 ਨੂੰ, a ਸਕੇਅਰ -1 ਮਤਲਬ a ਸਕੇਅਰ b ਸਕੇਅਰ ਦਾ ਫਾਰਮੂਲਾ। ਇਸ ਦਾ ਮਤਲਬ p ਕਿਹਨੂੰ ਡਿਵਾਈਡ ਕਰ ਰਿਹਾ a -1 ਨੂੰ ਤੇ a + 1 ਨੂੰ, ਕਿਉਂਕਿ a ਸਕੇਅਰ b ਸਕੇਅਰ ਕਿਹਦੇ ਇਕੁਅਲ ਹੁੰਦਾ a b a + b। ਹੁਣ ਦੇਖੋ p ਦਾ ਪ੍ਰਾਈਮ ਨੰਬਰ ਆ, ਜੇਕਰ ਉਹ ਦੋ ਨੰਬਰਸ ਦੀ ਪ੍ਰੋਡਕਟ ਨੂੰ ਡਿਵਾਈਡ ਕਰ ਰਿਹਾ, ਇਸ ਦਾ ਮਤਲਬ ਆਈਦਰ ਉਹ ਫਸਟ ਨੂੰ ਡਿਵਾਈਡ ਕਰਦਾ ਹੋਏਗਾ ਜਾਂ ਫਿਰ ਉਹ ਸੈਕਿੰਡ ਨੂੰ ਡਿਵਾਈਡ ਕਰਦਾ ਹੋਏਗਾ। ਸੋ ਸਾਡੇ ਕੋਲ ਇਹ ਕੇਸ ਆ ਗਿਆ, ਕਹਿੰਦੇ p ਆਈਦਰ p ਡਿਵਾਈਡਸ a + 1 ਔਰ p ਡਿਵਾਈਡਸ a - 1, ਦੋਹਾਂ 'ਚੋਂ ਇੱਕ ਨਾ ਇੱਕ ਨੂੰ ਡਿਵਾਈਡ ਕਰਦਾ ਹੋ। ਜੇਕਰ ਬੱਚੇ ਸਾਡੇ ਕੋਲ ਹੁਣ ਦੇਖੋ ਡਿਵਾਈਡ ਕਰ ਰਿਹਾ, p ਦਾ ਪ੍ਰਾਈਮ ਨੰਬਰ ਆ, ਇਸ ਦਾ ਮਤਲਬ ਜੇ ਇਹ ਪ੍ਰਾਈਮ ਨੰਬਰ ਆ ਤਾਂ ਸਿਰਫ ਦੋ ਹੀ ਕੇਸ ਬਣਦੇ ਆ ਕਿ ਜਿਨ੍ਹਾਂ ਨੂੰ ਇਹ ਟਰਮ ਜਿਹੜੀਆਂ ਟਰਮਸ ਨੂੰ ਇਹ ਡਿਵਾਈਡ ਕਰ ਰਿਹਾ ਉਹ ਟਰਮਸ ਕੀ ਹੋਣਗੀਆਂ ਸਾਡੇ ਕੋਲ ਜਾਂ ਤਾਂ p ਦੇ ਇਕੁਅਲ ਹੋਣਗੀਆਂ ਜਾਂ ਫਿਰ ਸਾਡੇ ਕੋਲ ਉਹਦੇ 0 ਦੇ ਇਕੁਅਲ ਹੋਣਗੀਆਂ, ਜਿਹੜੀਆਂ ਉਹ ਟਰਮਸ ਨੂੰ ਕੀ ਕਰ ਰਿਹਾ ਡਿਵਾਈਡ ਕਰ ਰਿਹਾ। ਸੋ ਸਾਡੇ ਕੋਲ ਕੀ ਆ ਗਿਆ ਬੱਚੇ, ਕਹਿੰਦਾ ਜੇ a + 1 ਕਿਹਦੇ ਇਕੁਅਲ ਹੋ ਸਕਦੀ ਆ p ਦੇ ਇਕੁਅਲ, ਸੋ a ਦੀ ਵੈਲਿਊ ਕਿੰਨੀ ਆ ਗਈ p - 1, ਜਾਂ ਫਿਰ a - 1 ਦੀ ਵੈਲਿਊ ਕਿਹਦੇ ਇਕੁਅਲ ਹੋ ਸਕਦੀ ਆ 0 ਦੇ ਇਕੁਅਲ, ਸੋ a ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ 1। ਦੇਖੋ ਦੋਨੋਂ ਹੀ ਕੇਸਿਸ ਦੇ ਵਿੱਚ ਇੱਕ ਦੇ ਵਿੱਚ a ਦੀ ਵੈਲਿਊ 1 ਆਈ ਹੈ, ਇੱਕ ਦੇ ਵਿੱਚ a ਦੀ ਵੈਲਿਊ p - 1 ਆਈ ਹੈ। ਕੀ ਸਾਡੇ ਕੋਲ ਇਹਨਾਂ ਦੋਹਾਂ ਦੇ ਲਈ ਰਿਜ਼ਲਟ ਹੋਲਡ ਕਰਦਾ, ਦੇਖੋ ਬੱਚੇ ਜੇਕਰ a ਦੀ ਵੈਲਿਊ p - 1 ਆ, p - 1 ਇਸ ਦਾ ਮਤਲਬ ਜਦੋਂ ਤੁਸੀਂ ਇਹਨੂੰ ਡਿਵਾਈਡ ਕਰੋਗੇ, ਸਾਡੇ ਕੋਲ ਮੋਡ p ਤੇ ਇਹਨੂੰ ਅਸੀਂ ਨੇ ਡਿਵਾਈਡ ਕੀਤਾ ਤਾਂ ਸਾਡੇ ਕੋਲ ਆਂਸਰ ਕੀ ਬਚੇਗਾ ਬੱਚੇ, ਜਦੋਂ ਅਸੀਂ p - 1 ਨੂੰ ਡਿਵਾਈਡ ਕੀਤਾ p ਤੇ ਸਾਨੂੰ ਆਂਸਰ ਰਿਮਾਈਂਡਰ ਕੀ ਬਚੇਗਾ -1। ਸੋ ਜੇਕਰ ਅਸੀਂ a ਦੀ ਵੈਲਿਊ 1 ਆ ਤਾਂ 1 ਨੂੰ ਮੋਡ ਆਫ p ਤੇ ਡਿਵਾਈਡ ਕੀਤਾ ਆਂਸਰ ਕੀ ਬਚੇਗਾ ਅਗੇਨ 1, ਕਿਉਂਕਿ p ਸਾਡੇ ਕੋਲ ਪ੍ਰਾਈਮ ਨੰਬਰ ਆ। ਸੋ ਬੱਚੇ ਇਹ ਸਾਡੇ ਕੋਲ ਕੀ ਹੋ ਗਿਆ, ਦੋਨੋਂ ਹੀ ਕੇਸਿਸ ਦੇ ਲਈ ਰਿਜ਼ਲਟ ਹੋਲਡਿੰਗ ਕੀਤਾ, ਕਿਉਂਕਿ ਸਾਡਾ ਮੇਨ ਰਿਜ਼ਲਟ ਕੀ ਪ੍ਰੂਵ ਕਰਨਾ ਸੀ, ਅਸੀਂ p - 1 ਫੈਕਟੋਰੀਅਲ ਚਾਹੀਦਾ ਸੀ, ਬਟ ਉਰੇ ਕਿਤੇ ਵੀ ਫੈਕਟੋਰੀਅਲ ਨਹੀਂ ਹੈਗਾ, ਉਰੇ ਤਾਂ ਸਿਰਫ ਸਾਡੇ ਕੋਲ a ਆਇਆ। ਸੋ ਇਸ ਕੇਸ ਦੇ ਲਈ ਜਦੋਂ ਅਸੀਂ a ਨੂੰ ਇਕੁਅਲ ਟੂ b ਲੈ ਕੇ ਚੱਲੇ ਆ, ਉਦੋਂ ਸਾਡਾ ਕੇਸ ਆ ਜਿਹੜਾ ਸਾਡਾ ਪ੍ਰੂਫ ਆ ਜਿਹੜਾ ਉਹ ਹੋਲਡ ਨਹੀਂ ਕਰ ਰਿਹਾ ਸੀ। ਇਸ ਦਾ ਮਤਲਬ ਸੈਕਿੰਡ ਕੇਸ ਅਰਾਈਜ਼ ਹੋਏਗਾ a ਡਜ਼ ਨਾਟ ਇਕੁਅਲ टू b। ਬੱਚੇ ਅਗੇਨ ਦੇਖੋ ਅਸੀਂ ਇੱਕ ਯੂਨੀਕ ਸੋਲਿਊਸ਼ਨ ਲਿਆ ਸੀਗਾ, ਪਹਿਲਾਂ ਤਾਂ ਅਸੀਂ ਇੱਕ ਲੀਨੀਅਰ ਕੌਨਗਰੈਂਸ ਬਣਾਇਆ, ਫਿਰ ਉਸ ਲੀਨੀਅਰ ਕੌਨਗਰੈਂਸ ਦਾ ਕਿਹਾ ਕਿ ਯੂਨੀਕ ਸੋਲਿਊਸ਼ਨ ਐਗਜ਼ਿਸਟ ਕਰਦਾ ਹੋਏਗਾ b। ਉਸ b ਤੋਂ ਬਾਅਦ ਦੋ ਕੇਸਿਸ ਬਣਾਏ, ਜਾਂ ਤਾਂ ਉਸ b ਦੀ ਵੈਲਿਊ a ਦੇ ਇਕੁਅਲ ਹੋ ਸਕਦੀ ਹੈ ਜਾਂ ਫਿਰ ਉਹ ਤੋਂ ਡਿਫਰੈਂਟ ਹੋਏਗੀ। ਕਹਿੰਦਾ ਜੇਕਰ ਇਕੁਅਲ ਹੋਈ ਤਾਂ ਕਰ ਸਾਡੇ ਕੋਲ ਇੱਥੇ ਕੋਈ ਰਿਜ਼ਲਟ ਨਹੀਂ ਬਣਦਾ, ਸਾਡੇ ਕੋਲ ਜਿਹੜੀ ਥਿਓਰਮ ਆ ਉਹਦਾ ਪ੍ਰੂਫ ਤੱਕ ਅਸੀਂ ਨਹੀਂ ਪਹੁੰਚ ਪਾ ਰਹੇ। ਇਸ ਦਾ ਮਤਲਬ ਇਸ ਕੇਸ ਨੂੰ ਅਸੀਂ ਨਿਗਲੈਕਟ ਕਰ ਦਾਂਗੇ ਕਿ a ਇਕੁਅਲ ਟੂ b ਆ। ਸੈਕਿੰਡ ਕੇਸ ਅਸੀਂ ਲੈ ਕੇ ਚੱਲਾਂਗੇ ਕਿ a b ਦੇ ਇਕੁਅਲ ਨਹੀਂ ਹੈਗਾ। ਦੇਖੋ ਜੇਕਰ ਸਾਡੇ ਕੋਲ ਆਹ ਦੋ ਰਿਜ਼ਲਟ ਦੇ ਲਈ ਵੈਲਿਊ ਬੱਚੇ ਨਹੀਂ ਬਣਦੀ, ਕਿਹੜੇ ਕਿਹੜੇ ਦੋ ਰਿਜ਼ਲਟ, ਇੱਕ ਤਾਂ a ਦੀ ਵੈਲਿਊ p - 1 ਸੀ, ਇੱਕ a ਦੀ ਵੈਲਿਊ ਜਦੋਂ ਸਾਡੇ ਕੋਲ 1 ਸੀ, ਇਹਨਾਂ ਦੋਹਾਂ ਦੇ ਲਈ ਸਾਨੂੰ ਕੋਈ ਰਿਜ਼ਲਟ ਨਹੀਂ ਮਿਲਿਆ। ਇਸ ਤੋਂ ਬਾਅਦ ਬੱਚੇ ਫਿਰ ਸੈੱਟ ਦੇ ਵਿੱਚ ਕਿਹੜੀਆਂ ਵੈਲਿਊਜ਼ ਬਚੀਆਂ, ਦੇਖੋ a ਦੀ ਵੈਲਿਊ ਕੀ ਚੋਂ ਲੈਣੀ ਸੀ ਅਸੀਂ, 1 ਹੋ ਸਕਦਾ ਸੀ, 2 ਹੋ ਸਕਦਾ ਸੀ, 3 ਹੋ ਸਕਦਾ ਸੀ, ਅਪ ਟੂ ਸੋ ਔਨ p - 1। ਨਾ ਤਾਂ ਇਹਦੇ ਲਈ ਰਿਜ਼ਲਟ ਹੋਲਡ ਕਰਦਾ ਨਾ ਇਹਦੇ ਲਈ ਰਿਜ਼ਲਟ ਹੋਲਡ ਕਰਦਾ। ਇਸ ਦਾ ਮਤਲਬ ਵਿੱਚ ਜਿਹੜੇ ਨੰਬਰ ਬਚੇ ਸਿਰਫ ਉਹਨਾਂ ਲਈ ਰਿਜ਼ਲਟ ਹੋਲਡ ਕਰਦਾ ਹੋ। ਤਾਂ ਹੁਣ ਇਹਦੇ ਵਿੱਚ ਨੰਬਰ ਕਿੰਨੇ ਬਚੇ ਬੱਚੇ, ਦੇਖੋ ਦੋ ਨੰਬਰ ਤਾਂ ਅਸੀਂ ਪਹਿਲਾਂ ਹੀ, ਇੱਕ ਤਾਂ ਉਹ p ਤੋਂ ਸਾਡੇ ਕੋਲ p ਤੋਂ ਪਹਿਲਾਂ ਹੀ ਇੱਕ ਨੰਬਰ ਘੱਟ ਸੀਗਾ,
देखो टोटल नंबर जेकर पी सी ਅਸੀਂ ਪਹਿਲਾਂ ਹੀ ਉਹਦੇ ਵਿੱਚ ਇੱਕ ਘੱਟ ਲੈ ਕੇ ਚੱਲੇ ਆ p-1 ਹੁਣ ਇਹਦੇ ਵਿੱਚੋਂ ਵੀ ਦੋ ਹੋਰ ਘਟਾਤੇ ਇੱਕ ਤਾਂ 1 ਕੱਟਤਾ ਇੱਕ p-1 ਖੁਦ ਕੱਟਤਾ ਤਾਂ ਪਿੱਛੇ ਕਿੰਨੇ ਬਚੇ p-3 ਇਸ ਦਾ ਮਤਲਬ ਜਿਹੜਾ ਅਗਲਾ ਸੈੱਟ ਬਚੇਗਾ ਮਤਲਬ ਜਿਹਨੂੰ ਇਹ ਬਿਲੋਂਗ ਕਰਦਾ ਹੋਏਗਾ ਉਹਦੇ ਵਿੱਚ ਟੋਟਲ ਨੰਬਰ ਆਫ ਐਲੀਮੈਂਟ ਕਿੰਨੇ ਹੋਣਗੇ p-3 ਹੋਣਗੇ ਤਾਂ ਬੱਚੇ ਇਹਦੇ ਵਿੱਚ ਟੋਟਲ ਨੰਬਰ ਆਫ ਕੌਨਗਰੈਂਸ ਕਿੰਨੀਆਂ ਫਾਰਮ ਹੋ ਸਕਦੀਆਂ ਨੇ p-3/2 ਕੌਨਗਰੈਂਸ ਅਸੀਂ ਇਸ ਤਰ੍ਹਾਂ ਦੇ ਪੇਅਰਸ ਫਾਰਮ ਕਰ ਸਕਦੇ ਹਾਂ ਬੱਚੇ। ਇਸ ਪੇਅਰਸ ਨੂੰ ਮੈਂ ਤੁਹਾਨੂੰ ਐਗਜ਼ਾਮਪਲ ਦੇ ਨਾਲ ਦੱਸੂੰਗੀ ਕਿ ਕਿਵੇਂ ਆਪਾਂ ਇੰਨੇ ਕਿਹੜੇ ਪੇਅਰਸ ਅਸੀਂ ਬਣਾ ਸਕਦੇ ਹਾਂ। ਉਸ ਤੋਂ ਬਾਅਦ ਜੇ ਇੰਨੇ ਪੇਅਰਸ ਬਣਾ ਸਕਦੇ ਹਾਂ ਬੱਚੇ ਤਾਂ ਉਹਨਾਂ ਦੇ ਲਈ ਅਸੀਂ ਕੀ ਕਿਹਾ ਕਹਿੰਦਾ ਅਸੀਂ ਇਹਨਾਂ ਸਾਰੇ ਜਿਹੜੇ ਪੇਅਰਸ ਸਾਡੇ ਕੋਲ ਕੌਨਗਰੈਂਸ ਪੇਅਰਸ ਹੋਣਗੇ ਉਹਨਾਂ ਸਾਰਿਆਂ ਜਿਹੜੇ p-3/2 ਉਹਨਾਂ ਸਾਰਿਆਂ ਦੀ ਕੀ ਕੀਤੀ ਹੈ ਬੱਚੇ ਅਸੀਂ ਨੇ ਮਲਟੀਪਲਾਈ ਕੀਤੀ ਅਤੇ ਉਹਨਾਂ ਨੂੰ ਰੀਅਰੇਂਜ ਕੀਤਾ। ਇਹ ਸਾਰਾ ਕੁਛ ਮੈਂ ਇੱਕ ਐਗਜ਼ਾਮਪਲ ਦੇ ਨਾਲ ਦੱਸਦੀ ਹਾਂ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਨੂੰ ਰੀਅਰੇਂਜ ਕੀਤਾ ਤੁਹਾਨੂੰ ਕਲੀਅਰ ਹੋ ਜਾਏਗਾ। ਪਹਿਲਾਂ ਅਸੀਂ ਇਹਨੂੰ ਸਿਰਫ ਦੇਖ ਲੈਂਦੇ ਹਾਂ ਕਹਿੰਦੇ ਅਸੀਂ ਜਿਹੜੇ ਸਾਡੇ ਕੋਲ ਪੇਅਰ ਬਣਨਗੇ ਕੌਨਗਰੈਂਸ ਪੇਅਰ ਉਹਨਾਂ ਨੂੰ ਰੀਅਰੇਂਜ ਕਰਕੇ ਮਲਟੀਪਲਾਈ ਕਰ ਦਾਂਗੇ ਸਾਡੇ ਕੋਲ ਆਹ ਟਰਮ ਬਣ ਜਾਏਗੀ। ਜਦੋਂ ਅਸੀਂ ਕਰਾਂਗੇ ਬੱਚੇ ਦੇਖੋ ਇਹਨੂੰ ਧਿਆਨ ਨਾਲ ਇਹ p-2 ਇਸ ਤਰ੍ਹਾਂ ਚੱਲਦਾ 1 ਤੱਕ ਗਿਆ ਇਸਦਾ ਮਤਲਬ ਇਹ ਕੀ ਲਿਖ ਸਕਦੇ ਹਾਂ p-2 ਦਾ ਫੈਕਟੋਰੀਅਲ ਇਜ਼ ਇਕੁਅਲ ਟੂ 1 ਮੋਡ ਆਫ p। ਹੁਣ ਬੱਚੇ ਇੱਕ ਗੱਲ ਪੁੱਛਦੀ ਹੈ ਕਹਿੰਦਾ ਜੇਕਰ p-1 ਨੂੰ ਤੁਸੀਂ ਡਿਵਾਈਡ ਕਰੋਗੇ p ਦੇ ਨਾਲ ਤਾਂ ਰਿਮਾਈਂਡਰ ਕਿੰਨਾ ਬਚੇਗਾ p-1 ਨੂੰ ਜੇਕਰ ਡਿਵਾਈਡ ਕਰੋਗੇ p ਦੇ ਨਾਲ ਰਿਮਾਈਂਡਰ ਕਿੰਨਾ ਬਚੇਗਾ -1 ਕਿਉਂਕਿ ਬੱਚੇ ਅਗੇਨ ਦੁਬਾਰਾ ਹੋਈ ਇੱਧਰਲੀ ਟਰਮ ਦੇ ਵਿੱਚ p-1 +1 ਕਰੋਗੇ ਆਨਸਰ ਕੀ ਆ ਜਾਏਗਾ p ਨੂੰ p ਤੇ ਡਿਵਾਈਡ ਕਰੋਗੇ ਬਚੇਗਾ ਕਿ 0 ਇਸ ਦਾ ਮਤਲਬ p-1 ਨੂੰ ਡਿਵਾਈਡ ਕਰਨ ਤੇ p ਤੇ ਆਨਸਰ ਕੀ ਬਚੇਗਾ -1 ਐਵੇਂ ਲਿਖ ਸਕਦੇ ਹਾਂ। ਹੁਣ ਇਹਨਾਂ ਦੋਹਾਂ ਰਿਜ਼ਲਟ ਦੀ ਬੱਚੇ ਮਲਟੀਪਲਾਈ ਕਰਾ ਦਿਓ ਲੈਫਟ ਹੈਂਡ ਸਾਈਡ 'ਚ ਲੈਫਟ ਹੈਂਡ ਸਾਈਡ ਰਾਈਟ ਹੈਂਡ ਸਾਈਡ 'ਚ ਰਾਈਟ ਹੈਂਡ ਸਾਈਡ p-2 ਫੈਕਟੋਰੀਅਲ ਦੀ p-1 ਨਾਲ ਪ੍ਰੋਡਕਟ ਕਰਾਈ ਤਾਂ ਕੀ ਬਣ ਜਾਏਗਾ ਪੂਰੇ ਦਾ ਪੂਰਾ p-1 ਫੈਕਟੋਰੀਅਲ। देखो अगेन p-1 फैक्टोरियल इज इक्वल टू इधर 1 ਅਸੀਂ -1 ਨਾਲ ਪ੍ਰੋਡਕਟ ਕਰਾਉਂਗੇ ਆਨਸਰ -1 ਮੋਡ ਆਫ p। ਇਹੀ ਸਾਨੂੰ ਪ੍ਰੂਫ ਚਾਹੀਦਾ ਸੀਗਾ ਕਿ ਸਾਡਾ ਜਿਹੜਾ ਥਿਓਰਮ ਦਾ ਰਿਜ਼ਲਟ ਆ ਜਾਵੇ p-1 ਫੈਕਟੋਰੀਅਲ ਇਜ਼ ਇਕੁਅਲ ਟੂ -1 ਮੋਡ ਆਫ p। ਹੁਣ ਸਮਝਦੇ ਹੋ ਬੱਚੇ ਕਿ ਜਿਹੜਾ ਅਸੀਂ ਇਹਦੇ ਵਿੱਚ ਲਿਖਿਆ ਕਿ ਟੋਟਲ ਨੰਬਰ ਆਫ ਕੌਨਗਰੈਂਸ ਜਿਹੜੀਆਂ ਫਾਰਮ ਹੋਣਗੀਆਂ ਜਾਂ ਫਿਰ ਉਹਨਾਂ ਨੂੰ ਅਸੀਂ ਪੇਅਰਸ ਨੂੰ ਮਲਟੀਪਲਾਈ ਕਰਨੀ ਹੈ ਅਰੇਂਜ ਕਰਨਾ ਇਹਦਾ ਕੀ ਮਤਲਬ ਸੀਗਾ। ਦੇਖੋ ਅਸੀਂ ਇੱਕ ਐਗਜ਼ਾਮਪਲ ਲੈਂਦੇ ਹਾਂ p ਲੈ ਲਿਆ ਸਾਡੇ ਕੋਲ 7 ਅਸੀਂ ਨੇ ਪ੍ਰਾਈਮ ਨੰਬਰ ਲਿਆ 7 ਤਾਂ ਬੱਚੇ a ਦੀ ਵੈਲਿਊ ਕੀ ਹੋ ਸਕਦੀ ਹੈ a ਦੀ ਵੈਲਿਊ ਕਿਹਾ ਅਸੀਂ ਨੇ 1 ਹੋ ਸਕਦੀ ਆ 2 ਹੋ ਸਕਦੀ ਆ 3 ਹੋ ਸਕਦੀ ਆ 4 ਕਿੱਥੇ ਤੱਕ ਲੈਣੀਆਂ ਨੇ 7 - 1 ਤੱਕ ਮਤਲਬ ਕਿ 5 ਤੇ 6 ਇਹ p ਦੀਆਂ ਵੈਲਿਊਜ਼ ਹੋ ਸਕਦੀਆਂ ਨੇ। ਹੁਣ ਬੱਚੇ ਕੀ ਕਹਿੰਦਾ ਜਿਹੜੇ ਇਹਦੇ ਵਿੱਚ ਹੁਣ ਉੱਪਰ ਤਾਂ ਅਸੀਂ ਪ੍ਰੂਫ ਕਰਾਤਾ ਕਿ ਨਾ ਤਾਂ ਇਹ ਰਿਜ਼ਲਟ 1 ਦੇ ਲਈ ਹੋਲਡ ਕਰੂਗਾ ਨਾ ਇਹ 6 ਦੇ ਲਈ ਮਤਲਬ ਕਿ ਨਾ ਤਾਂ ਜਦੋਂ a ਦੀ ਵੈਲਿਊ 1 ਆ ਜਾਂ ਫਿਰ p-1 ਆ ਉੱਥੇ ਰਿਜ਼ਲਟ ਹੋਲਡ ਨਹੀਂ ਕਰਦਾ। ਤਾਂ ਹੁਣ ਪਿੱਛੇ ਕਿਹੜੇ ਪੇਅਰ ਬਚੇ ਕਿੰਨੇ ਪੇਅਰ ਸਾਡੇ ਕੋਲ ਕੌਨਗਰੈਂਸ ਪੇਅਰ ਜਿਹੜੇ ਬਣ ਸਕਦੇ ਨੇ ਮਤਲਬ ਕਿ ਇਹਦਾ ਸੋਲਿਊਸ਼ਨ ਐਗਜ਼ਿਸਟ ਕਰਦਾ ਹੋਏਗਾ। ਤਾਂ ਇਹਨੇ ਕੀ ਕਿਹਾ p-3/2 p-3 ਮਤਲਬ 7 3/2 7 - 3 ਮਤਲਬ 4/2 ਇਜ਼ ਇਕੁਅਲ ਟੂ 2 ਇਸ ਦਾ ਮਤਲਬ ਕੋਈ ਇੱਥੇ ਬੱਚੇ ਦੋ ਹੀ ਪੇਅਰ ਐਗਜ਼ਿਸਟ ਕਰਨਗੇ ਜਿਨ੍ਹਾਂ ਦਾ ਆਪਸ ਦੇ ਵਿੱਚ ਜੋ ਸਾਨੂੰ ਇੱਕ ਸੋਲਿਊਸ਼ਨ ਦਿੰਦੇ ਹੋਣਗੇ। ਸੋ ਇਹਨੂੰ ਸੋਲਵ ਵੀ ਕਰ ਸਕਦੇ ਹਾਂ ਬੱਚੇ ਕਹਿੰਦਾ 2 ਨੂੰ ਕਿਹਦੇ ਨਾਲ ਪ੍ਰੋਡਕਟ ਕਰੀਏ ਆਨਸਰ ਕੀ ਆ ਜਾਵੇ। ਦੇਖੋ ਹੁਣ ਇੱਥੇ ਉਹ ਨਾ ਹੋਇਓ ਕਿ ਸਾਨੂੰ ਜਿਹੜੀ ਥਿਓਰਮ ਦਾ ਰਿਜ਼ਲਟ ਚਾਹੀਦਾ ਅਸੀਂ ਸਿਰਫ ਉਹ ਪੇਅਰ ਦੇਖ ਰਹੇ ਹਾਂ ਇਸ ਦੇ ਲਈ ਕਿ A B ਕਰੇ ਤਾਂ ਇਕੁਅਲਸ ਟੂ ਕੀ ਆ ਜਾਵੇ 1 ਆਫ ਮੋਡ ਆਫ p ਮਤਲਬ ਕਿ ਇਹਨਾਂ ਦੋਹਾਂ ਦੀ ਪ੍ਰੋਡਕਟ ਕਰਨ ਤੋਂ ਬਾਅਦ ਡਿਵਾਈਡ ਕਰੀਏ ਪ੍ਰਾਈਮ ਦੇ ਨਾਲ ਆਨਸਰ ਕੀ ਬਚਣਾ ਚਾਹੀਦਾ 1 2 ਨੂੰ 3 ਨਾਲ ਪ੍ਰੋਡਕਟ ਕੀਤੀ ਬੱਚੇ ਕਿੰਨਾ ਆਏਗਾ 6 ਬਟ 6 ਨੂੰ 7 ਤੇ ਡਿਵਾਈਡ ਕੀਤਾ ਕਿੰਨਾ ਰਿਮਾਈਂਡਰ ਬਚੇਗਾ 6 ਹੀ ਸੋ 2 ਦੇ ਲਈ 3 ਨਹੀਂ ਹੋ ਸਕਦਾ 2 ਨੂੰ 4 ਨਾਲ ਕੀਤਾ 2 4 ਦਾ 8 ਨੂੰ 7 ਤੇ ਡਿਵਾਈਡ ਕੀਤਾ ਆਨਸਰ ਕਿੰਨਾ ਆ ਜਾਏਗਾ 1 ਸੋ ਇੱਕ ਸਾਨੂੰ ਪੇਅਰ ਕੀ ਮਿਲ ਗਿਆ 2 ਤੇ 4 ਦਾ ਪੇਅਰ ਮਿਲ ਗਿਆ। ਸੈਕਿੰਡ ਬੱਚੇ ਕਹਿੰਦਾ 3 ਨੂੰ ਕਿਹਦੇ ਨਾਲ ਪ੍ਰੋਡਕਟ ਕਰੀਏ ਕਿ ਆਨਸਰ ਰਿਮਾਈਂਡਰ 'ਚ 1 ਆਵੇ 3 ਨੂੰ 5 ਨਾਲ ਕੀਤੀ 3 5 ਦਾ 15 ਨੂੰ 7 ਤੇ ਡਿਵਾਈਡ ਕੀਤਾ ਰਿਮਾਈਂਡਰ ਕਿੰਨਾ ਬਚੇਗਾ 1 ਸੋ ਜਿਹੜਾ 2 ਦਾ 4 ਨਾਲ ਪੇਅਰ ਬਣ ਰਿਹਾ 3 ਦਾ 5 ਨਾਲ ਅਗੇਨ ਬੱਚੇ ਨੂੰ ਉਲਟਾ ਦੇਖ ਲਓ 5 ਦਾ 3 ਨਾਲ ਬਣ ਰਿਹਾ 4 ਦਾ 2 ਨਾਲ ਬਟ ਹੈਗੇ ਤਾਂ ਯੂਨੀਕ ਨੇ। ਇਸ ਦਾ ਮਤਲਬ ਕਿੰਨੇ ਪੇਅਰ ਬਣਨੇ ਸੀ ਸਾਡੇ ਕੋਲ 2 ਪੇਅਰਸ ਬਣਨੇ ਸੀ ਸਾਡੇ ਕੋਲ 2 ਪੇਅਰਸ ਬਣ ਗਏ। ਉਸ ਤੋਂ ਬਾਅਦ ਅਗਲਾ ਸਟੈਪ ਕੀ ਕਿਹਾ ਕਹਿੰਦੇ ਜਿਹੜੇ ਪੇਅਰਸ ਆਏ ਨੇ ਇਹਨਾਂ ਦੀ ਪ੍ਰੋਡਕਟ ਕਰਕੇ ਰੀਅਰੇਂਜ ਦੇਖੋ ਜੇ ਇਹਨਾਂ ਦੀ ਪ੍ਰੋਡਕਟ ਕਰੀਏ ਇਹ ਬਣ ਗਿਆ 2 4 × 3 × 5 ਰੀਅਰੇਂਜ ਕਰ ਦਿਓ ਬੱਚੇ 3 ਨੂੰ ਅੱਗੇ ਲੈ ਜਾਓ 2 × 3 × 4 × 5 ਇਹਨੂੰ ਅਸੀਂ ਲਿਖ ਸਕਦੇ ਹਾਂ 5 ਫੈਕਟੋਰੀਅਲ ਤਾਂ ਇਹ ਕੀ ਬਣ ਗਿਆ 5 ਫੈਕਟੋਰੀਅਲ ਇਜ਼ ਇਕੁਅਲ ਟੂ 1 ਮੋਡ ਆਫ 7। ਉਸ ਤੋਂ ਬਾਅਦ ਜਦੋਂ ਬੱਚੇ ਅਸੀਂ 6 ਨੂੰ ਡਿਵਾਈਡ ਕਰਾਂਗੇ 7 ਤੇ ਤਾਂ ਸਾਡੇ ਕੋਲ ਕੀ ਆਏਗਾ -1 ਲਿਖ ਸਕਦੇ ਹਾਂ ਕਿਉਂਕਿ 6 + 1 7 ਹੋ ਜਾਏਗਾ 7 ਨੂੰ 7 ਤੇ ਡਿਵਾਈਡ ਕੀਤਾ ਆਨਸਰ ਕਿੰਨਾ ਆ ਜਾਂਦਾ 0 ਆ ਜਾਂਦਾ। ਸੋ ਅਸੀਂ ਇੱਕ ਸਾਈਡ ਤੇ ਸਾਡੇ ਕੋਲ ਕਿੰਨਾ ਆ ਗਿਆ ਵੇਟ ਇੱਕ ਵੈਲਿਊ ਤਾਂ ਆ ਗਈ ਬੱਚੇ 5 ਫੈਕਟੋਰੀਅਲ ਇਜ਼ ਇਕੁਅਲ ਟੂ 1 ਮੋਡ ਆਫ 7 ਤੇ ਦੂਸਰੀ ਵੈਲਿਊ 6 ਨੂੰ ਕਹਿੰਦਾ ਜਦੋਂ ਅਸੀਂ ਡਿਵਾਈਡ ਕਰਾਂਗੇ -1 ਮੋਡ ਆਫ 7 ਆ ਜਾਏਗਾ
ਹੁਣ ਇਹਨਾਂ ਦੋਹਾਂ ਨੂੰ ਮਲਟੀਪलाई कर दो, 6 मल्टीप्लाई -5 फैक्टो इधर की आ जाएगा -1 की प्रोडक्ट 1 नाल -1 मॉड ऑफ 7 ये की बन गया इधर बच्चों 6 फैक्टोरियल इज इक्वल टू -1 मॉड ऑफ 7। यही चीज़ असी ने प्रूव करनी सी कि P -1 फैक्टोरियल कि इक्वल आ जाए -1 मॉड ऑफ P दे इक्वल आ जाए। ये सी बच्चे सारी वेल्सन्स थ्योरम। नैक्सट पार्ट के इहदा असी कन्वर्स करांगे एंड होर इंपॉर्टेंट जिहड़ियां नेमिंग थ्योरम ने नंबर थ्योरी दियां वो डिस्कस करांगे। थैंक यू फॉर वॉचिंग।